ਵਿਦਿਆ ਇੰਗਲਿਸ਼ ਕਲਾਸਿਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦੇ ਇਸ ਲੈਕਚਰ ਵਿੱਚ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਪੀਬੀ ਸ਼ੈਲੇ ਦੀ ਹਾਈਮਨ ਟੂ ਇੰਟੈਲੈਕਚੁਅਲ ਬਿਊਟੀ। ਇਸ ਕਵਿਤਾ ਦੇ ਵਿੱਚ ਕਵੀ ਪਲੈਟੋਨਿਕ ਆਈਡੀਆਜ਼ ਦੀ ਗੱਲ ਕਰਦਾ ਹੈ। ਇੱਕ ਇਸ ਤਰ੍ਹਾਂ ਦੀ ਸ਼ਕਤੀ ਜਿਸ ਨੂੰ ਉਹ ਵਰਲਡ ਸਪਿਰਿਟ ਕਹਿੰਦਾ ਹੈ, ਦੁਨੀਆ ਦੀ ਸ਼ਕਤੀ ਕਹਿੰਦਾ ਹੈ, ਜਾਂ ਪੀਬੀ ਸ਼ੈਲੇ ਉਸਨੂੰ ਇੰਟੈਲੈਕਚੁਅਲ ਬਿਊਟੀ ਕਹਿੰਦਾ ਹੈ। ਤਾਂ ਇਹ ਇੱਕ ਇਸ ਤਰ੍ਹਾਂ ਦੀ ਸ਼ਕਤੀ ਹੈ ਜੋ ਇਸ ਬ੍ਰਹਿਮੰਡ ਦੇ ਵਿੱਚ ਘੁੰਮਦੀ ਫਿਰਦੀ ਰਹਿੰਦੀ ਹੈ ਤੇ ਇਨਸਾਨ ਇਸ ਨੂੰ ਮਹਿਸੂਸ ਕਰ ਸਕਦੇ ਹਨ, ਇਸ ਦੀ ਸ਼ਕਤੀ ਨੂੰ ਮਹਿਸੂਸ ਕਰ ਸਕਦੇ ਹਨ। ਹਾਲਾਂਕਿ ਇਨਸਾਨ ਇਸ ਦੀ ਪ੍ਰੈਜ਼ੈਂਸ ਦੇ ਪ੍ਰਤੀ ਹਮੇਸ਼ਾ ਜਾਗਰੂਕ ਨਹੀਂ ਹੁੰਦੇ ਹਨ, ਪਰ ਇਹ ਹਰੇਕ ਵਿਅਕਤੀ ਤੱਕ ਕਿਤੇ ਨਾ ਕਿਤੇ ਜ਼ਰੂਰ ਪਹੁੰਚਦੀ ਹੈ। ਇਹ ਸਾਰੇ ਕਿਤੇ ਜਾਂਦੀ ਹੈ ਤੇ ਜਿੱਥੇ ਇਹ ਨਹੀਂ ਹੁੰਦੀ ਉੱਥੇ ਦੁਨੀਆ ਰਹਿਣ ਯੋਗ ਨਹੀਂ ਹੁੰਦੀ, ਉੱਥੇ ਦੁਨੀਆ ਨੀਰਸ ਹੁੰਦੀ ਹੈ। ਉਹ ਇਸ ਦੀ ਐਬਸੈਂਸ ਦਾ ਹੀ ਨਤੀਜਾ ਹੈ ਕਿ ਜਿੱਥੇ ਇਹ ਹੋਊਗੀ ਉੱਥੇ ਸਾਰਾ ਕੁਝ ਚੰਗਾ ਹੋਊਗਾ, ਸਾਰਾ ਕੁਝ ਪਲੀਜ਼ੈਂਟ ਹੋਊਗਾ। ਜਿੱਥੇ ਇਹ ਨਹੀਂ ਹੋਊਗੀ ਉੱਥੇ ਉਦਾਸੀਨਤਾ ਹੋਊਗੀ, ਉਦਾਸੀ ਹੋਊਗੀ, ਉੱਥੇ ਦੁੱਖ ਹੋਣਗੇ, ਉੱਥੇ ਡੈਥ ਹੋਊਗੀ। ਤਾਂ ਇਹ ਇਸ ਦੀ ਪ੍ਰੈਜ਼ੈਂਸ ਤੇ ਐਬਸੈਂਸ ਦਾ ਜਿਹੜਾ ਡਿਫਰੈਂਸ ਹੈ ਉਹ ਸਾਨੂੰ ਸਪਸ਼ਟ ਕਰਦਾ ਹੈ ਕਵੀ। ਹਾਲਾਂਕਿ ਇਸ ਦੀ ਜੋ ਸ਼ਕਤੀ ਹੈ ਉਸਨੂੰ ਮਹਿਸੂਸ ਤਾਂ ਕੀਤਾ ਜਾ ਸਕਦਾ ਹੈ, ਪਰ ਕੋਈ ਵੀ ਕਵੀ ਜਾਂ ਕੋਈ ਵੀ ਫਿਲਾਸਫਰ ਇਸ ਦੀ ਸਹੀ ਨੇਚਰ ਨੂੰ ਸਮਝ ਨਹੀਂ ਸਕਿਆ। ਤਾਂ ਇਸ ਰਹੱਸ ਨੂੰ ਸੁਲਝਾਉਣ ਤੋਂ ਅਸਮਰਥ ਹੋ ਕੇ ਅਲੱਗ-ਅਲੱਗ ਕਵੀ, ਅਲੱਗ-ਅਲੱਗ ਫਿਲਾਸਫਰ ਇਸ ਨੂੰ ਕਿਤੇ ਡੈਮਨ ਕਹਿੰਦੇ ਹਨ, ਮਾੜੀ ਆਤਮਾ ਕਹਿੰਦੇ ਹਨ, ਕਿਤੇ ਇਸ ਨੂੰ ਭੂਤ ਕਹਿੰਦੇ ਹਨ, ਕਿਤੇ ਇਸ ਨੂੰ ਹੈਵਨ ਕਹਿੰਦੇ ਹਨ। ਉਹ ਉਹਨਾਂ ਦੀ ਆਪਣੀ ਸਮਝ ਦੇ ਅਨੁਸਾਰ ਉਹ ਇਸ ਨੂੰ ਕਹਿੰਦੇ ਹਨ। ਪਰ ਸ਼ੈਲੇ ਸੋਚਦਾ ਹੈ ਕਿ ਜੋ ਇੰਟੈਲੈਕਚੁਅਲ ਬਿਊਟੀ ਹੁੰਦੀ ਹੈ ਉਹ ਸਾਡੇ ਵਿੱਚ ਸੋਚਣ ਦੀ ਸ਼ਕਤੀ ਦਾ ਵਿਕਾਸ ਕਰਦੀ ਹੈ ਕਿ ਅਸੀਂ ਚੀਜ਼ਾਂ ਨੂੰ ਸਮਝ ਲੈਂਦੇ ਹਾਂ। ਸਮਝਣ ਤੋਂ ਬਾਅਦ ਅਸੀਂ ਉਹਨਾਂ ਦੇ ਉੱਪਰ ਵਿਚਾਰ ਕਰਦੇ ਹਾਂ, ਚੀਜ਼ਾਂ ਨੂੰ ਅਬਜ਼ਰਵ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਉੱਪਰ ਆਪਣੇ ਦਿਮਾਗ ਦੇ ਨਾਲ, ਆਪਣੀ ਜਿਹੜੀ ਕੈਪੈਸਿਟੀ ਦੇ ਨਾਲ ਸੋਚਦੇ ਹਾਂ। ਤਾਂ ਫਿਰ ਅਸੀਂ ਉਸ ਤੋਂ ਬਾਅਦ ਜਿਹੜੇ ਐਕਸ਼ਨ ਹੈ, ਜਿਹੜੇ ਅਸੀਂ ਲੋਕਾਂ ਤੱਕ ਆਪਣੇ ਜਿਹੜੇ ਉਹ ਵਿਚਾਰ ਹੈ ਉਹ ਪਹੁੰਚਾਉਂਦੇ ਹਾਂ। ਤਾਂ ਕਵੀ ਕਹਿੰਦਾ ਹੈ ਇੰਟੈਲੈਕਚੁਅਲ ਬਿਊਟੀ ਨੂੰ ਇੱਕ ਪ੍ਰਾਰਥਨਾ ਕਰਦਾ ਹੈ, ਇੱਕ ਅਪੀਲ ਕਰਦਾ ਹੈ ਕਿ ਉਹ ਸਾਨੂੰ ਛੱਡ ਕੇ ਨਾ ਜਾਵੇ, ਉਹ ਹਮੇਸ਼ਾ ਸਾਡੇ ਵਿੱਚ ਰਹੇ ਤਾਂ ਕਿ ਇਹ ਦੁਨੀਆ ਜਿਹੜੀ ਇਹ ਚੰਗੀ ਬਣੀ ਰਹੇ, ਇਸ ਦੁਨੀਆ ਦੇ ਵਿੱਚ ਸਾਰਾ ਕੁਝ ਠੀਕ ਹੁੰਦਾ ਰਹੇ। ਜੇਕਰ ਉਹ ਸਾਨੂੰ ਛੱਡ ਜਾਵੇਗੀ ਤਾਂ ਇਹ ਬਹੁਤ ਦੁੱਖ ਭਰੀ ਗੱਲ ਹੋਊਗੀ, ਇਹ ਦੁਨੀਆ ਨੀਰਸ ਹੋ ਜਾਵੇਗੀ। ਜਦੋਂ ਕਵੀ ਛੋਟਾ ਹੁੰਦਾ ਸੀ ਤਾਂ ਉਸਨੂੰ ਹਮੇਸ਼ਾ ਭੂਤਾਂ ਤੋਂ ਡਰਾਇਆ ਜਾਂਦਾ ਸੀ। ਉਹਨਾਂ ਨੂੰ ਦੱਸਿਆ ਜਾਂਦਾ ਸੀ, ਕਵੀ ਨੂੰ ਦੱਸਿਆ ਜਾਂਦਾ ਸੀ ਕਿ ਭੂਤ ਪੁਰਾਣੇ ਖੰਡਰਾਂ ਦੇ ਵਿੱਚ, ਪੁਰਾਣੀਆਂ ਗੁਫਾਵਾਂ ਦੇ ਵਿੱਚ ਉੱਥੇ ਰਿਹਾ ਕਰਦੇ ਸਨ, ਪਰ ਕਵੀ ਨੂੰ ਉਹ ਕਿਤੇ ਵੀ ਨਹੀਂ ਮਿਲੇ ਸਨ। ਤਾਂ ਇਸ ਕਰਕੇ ਉਹ ਨਹੀਂ ਸਮਝ ਸਕਿਆ ਕਿ ਜਿਹੜੇ ਜਿਵੇਂ ਅਸੀਂ ਨਾਮ ਦਿੱਤੇ ਹਨ ਗੋਸਟ, ਡੈਮਨ, ਇਸ ਦੇ ਵਿੱਚ ਵੀ ਜਿਹੜੀ ਇੰਟੈਲੈਕਚੁਅਲ ਬਿਊਟੀ ਹੈ ਉਸ ਨੂੰ ਅਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ। ਪਰ ਜਦੋਂ ਉਹ ਆਪਣੇ ਆਪ ਨੂੰ, ਉਸਨੇ ਆਪਣੇ ਮਨ ਨੂੰ ਸੰਗਠਿਤ ਕੀਤਾ, ਮੈਡੀਟੇਟ ਕੀਤਾ, ਤਾਂ ਇੱਕ ਦਿਨ ਅਚਾਨਕ ਹੀ ਉਹ ਇੰਟੈਲੈਕਚੁਅਲ ਬਿਊਟੀ ਦੀ ਜੋ ਹੋਂਦ ਹੈ ਉਸ ਤੋਂ ਅਵੇਅਰ ਹੋ ਗਿਆ ਸੀ। ਕਿ ਅਸੀਂ ਦੇਖਦੇ ਹਾਂ ਕਿ ਇਹ ਜੋ ਇੰਟੈਲੈਕਚੁਅਲ ਬਿਊਟੀ ਹੈ, ਇਹ ਜੋ ਪਾਵਰ ਹੈ, ਇਸ ਨੂੰ ਅਸੀਂ ਜੇਕਰ ਲੱਭਣ ਤੁਰ ਪਈਏ ਤਾਂ ਇਹ ਸਾਨੂੰ ਨਹੀਂ ਮਿਲੇਗੀ। ਇਹ ਸਾਨੂੰ ਅਸੀਂ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਮੈਡੀਟੇਟ ਕਰਦੇ ਹਾਂ, ਚੀਜ਼ਾਂ ਨੂੰ ਸਮਝਦੇ ਹਾਂ, ਇੱਕ ਮਨ ਨੂੰ ਸਥਿਰ ਰੱਖਦੇ ਹਾਂ, ਤਾਂ ਹੀ ਅਸੀਂ ਇਸ ਇੰਟੈਲੈਕਚੁਅਲ ਬਿਊਟੀ ਦੀ ਜਿਹੜੀ ਪ੍ਰੈਜ਼ੈਂਸ ਹੈ ਉਸ ਨੂੰ ਮਹਿਸੂਸ ਕਰ ਸਕਦੇ ਹਾਂ। ਤਾਂ ਇਸ ਕਰਕੇ ਉਸਨੇ ਇਹ ਵਾਅਦਾ ਕਰ ਲਿਆ ਕਿ ਉਹ ਜੋ ਉਸ ਦੇ ਵਿੱਚ ਇੰਟੈਲੈਕਚੁਅਲ ਬਿਊਟੀ ਹੈ, ਜੋ ਉਸ ਦੇ ਵਿੱਚ ਪ੍ਰੈਜ਼ੈਂਟ ਹੈ ਹੁਣ, ਤਾਂ ਇਸ ਦੇ ਨਾਲ ਉਹ ਆਪਣੀ ਪੂਰੀ ਕੋਸ਼ਿਸ਼ ਕਰੇਗਾ ਕਿ ਇਸ ਦੁਨੀਆ ਨੂੰ ਇੱਕ ਚੰਗੀ ਜਗ੍ਹਾ ਬਣਾਇਆ ਜਾ ਸਕੇ। ਸਾਰੇ ਤਰ੍ਹਾਂ ਦੀ ਜਿਹੜੀ
ਜਿਹੜੇ ਜ਼ੁਲਮ ਹਨ ਉਹਨਾਂ ਤੋਂ ਦੂਰ ਕੀਤਾ ਜਾ ਸਕੇ, ਜ਼ੁਲਮ ਧਰਤੀ ਦੇ ਵਿੱਚੋਂ ਦੂਰ ਕੀਤੇ ਜਾਣ, ਲੋਕਾਂ ਨਾਲ ਜੋ ਅਨਿਆਂ ਹੋ ਰਿਹਾ ਹੈ ਉਹ ਦੂਰ ਕੀਤਾ ਜਾਵੇ ਤੇ ਅੰਧ ਵਿਸ਼ਵਾਸ ਦੂਰ ਕੀਤੇ ਜਾਣ, ਤਾਂ ਉਹ ਇਸੇ ਇੰਟੈਲੈਕਚੁਅਲ ਬਿਊਟੀ ਕਰਕੇ ਹੀ ਪੋਸੀਬਲ ਹੋ ਸਕਦਾ ਹੈ। ਜੇਕਰ ਅਸੀਂ ਸਾਰੇ ਜਾਣੇ ਇਸ ਦੀ ਪ੍ਰੈਜ਼ੈਂਸ ਨੂੰ ਸਮਝਾਂਗੇ ਤਾਂ ਅਸੀਂ ਦੁਨੀਆ ਨੂੰ ਇੱਕ ਚੰਗੀ ਜਗ੍ਹਾ ਬਣਾ ਸਕਦੇ ਹਾਂ। ਕਿਉਂਕਿ ਜੇਕਰ ਇੰਟੈਲੈਕਚੁਅਲ ਬਿਊਟੀ ਹੋਊਗੀ ਤਾਂ ਇਹ ਦੁਨੀਆ ਬਹੁਤ ਵਧੀਆ ਜਗ੍ਹਾ ਹੋ ਸਕਦੀ ਹੈ। ਪਰ ਗੱਲ ਉਸ ਨੂੰ ਜਾਣਨ ਤੋਂ ਹੈ, ਉਸ ਨੂੰ ਸਮਝਣ ਤੋਂ ਹੈ। ਜੇਕਰ ਇਹ ਇੰਟੈਲੈਕਚੁਅਲ ਬਿਊਟੀ ਨਹੀਂ ਹੋਊਗੀ ਤਾਂ ਇਹ ਦੁਨੀਆ ਬੜੀ ਬੇਕਾਰ ਹੋ ਜਾਵੇਗੀ। ਇਸ ਕਰਕੇ ਸਾਨੂੰ ਸਭ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਜੋ ਇਹ ਪਾਵਰ ਹੈ ਉਸ ਨੂੰ ਸਮਝੀਏ ਤੇ ਉਸ ਨੂੰ, ਜੇਕਰ ਅਸੀਂ ਇਸ ਨੂੰ ਇੱਕ ਵਾਰ ਮਹਿਸੂਸ ਕਰ ਲਿਆ ਤਾਂ ਅਸੀਂ ਇੱਕ ਇਸ ਦਾ ਜ਼ਰੀਆ ਬਣ ਕੇ ਦੁਨੀਆ ਦੇ ਵਿੱਚ ਬਹੁਤ ਕੁਝ ਯੂਨੀਕ ਕਰ ਸਕਦੇ ਹਾਂ, ਦੁਨੀਆ ਦੇ ਵਿੱਚ ਬਹੁਤ ਕੁਝ ਚੰਗਾ ਕਰ ਸਕਦੇ ਹਾਂ। ਥੈਂਕ